ਅੱਜ ਅਸੀਂ ਇਸ ਵੀਡੀਓ 'ਚ ਡਿਸਕਸ ਕਰਨ ਵਾਲੇ ਹਾਂ ਸੋਲਿਊਸ਼ਨ ਆਫ ਰਿਕਰੈਂਸ ਰਿਲੇਸ਼ਨ। ਰਿਕਰੈਂਸ ਰਿਲੇਸ਼ਨ ਡਿਸਕ੍ਰੀਟ ਮੈਥਮੈਟਿਕਸ ਦਾ ਇੱਕ ਟੌਪਿਕ ਹੈ। BSc ਫਾਈਨਲ ਈਅਰ BCA ਐਂਡ MSc IT ਦੇ ਵਿੱਚ ਸਾਨੂੰ ਇਹ ਮਿਲਦਾ ਹੈ। ਸਭ ਤੋਂ ਪਹਿਲਾਂ ਅਸੀਂ ਡੈਫੀਨੇਸ਼ਨ ਡਿਸਕਸ ਕਰਦੇ ਹਾਂ ਕਿ ਰਿਕਰੈਂਸ ਰਿਲੇਸ਼ਨ ਹੁੰਦਾ ਕੀ ਹੈ, ਉਸ ਤੋਂ ਬਾਅਦ ਉਹਦੇ ਅਸੀਂ ਸੋਲਿਊਸ਼ਨ 'ਤੇ ਜਾਵਾਂਗੇ। ਡੈਫੀਨੇਸ਼ਨ ਆਫ ਅ ਰਿਕਰੈਂਸ ਰਿਲੇਸ਼ਨ for a numeric function a0 a1 a2 up to so on ar, an equation relation ar for any r to one and more of the ai's is called the recurrence relation। देखो की कह रहा, कोई भी एक numeric function ਦੇ ਲਈ, ਹੁਣ numeric function ਕੀ ਸੀਗਾ, ਇੱਕ ਫੰਕਸ਼ਨ ਜਿਹਦੀ ਡੋਮੇਨ ਸਾਡੇ ਕੋਲ ਨੈਚੁਰਲ ਨੰਬਰ ਹੁੰਦੀ ਆ ਅਤੇ ਜਿਹਦੀ ਰੇਂਜ ਸਾਡੇ ਕੋਲ ਕੀ ਹੋਏਗੀ, ਰੀਅਲ ਨੰਬਰ ਜਾਂ ਕੋਈ ਸਬਸੈਟ ਆਫ ਰੀਅਲ ਨੰਬਰਸ ਹੋਏਗੇ। ਉਸ ਫੰਕਸ਼ਨ ਨੂੰ ਅਸੀਂ ਕੀ ਬੋਲਦੇ ਹਾਂ, ਡਿਸਕ੍ਰੀਟ ਨੂਮੈਰਿਕ ਫੰਕਸ਼ਨ। ਫੋਰ ਐਗਜ਼ਾਮਪਲ ਜਿਵੇਂ ਅਸੀਂ ਨੇ ਲਿਆ ਨੈਚੁਰਲ ਨੰਬਰ ਤੋਂ ਲੈ ਕੇ ਰੀਅਲ ਨੰਬਰ ਤੱਕ ਕੋਈ ਮੈਪਿੰਗ ਇਸ ਤਰ੍ਹਾਂ ਡਿਫਾਈਨ ਕੀਤੀ ਕਿ ਇਹਦੇ ਵਿੱਚ ਐਕਸ ਪਾਈਏ, ਆਨਸਰ ਕੀ ਆਏਗਾ, ਐਕਸ ਸਕੁਏਅਰ। ਹੁਣ ਦੇਖੋ ਜਦੋਂ ਅਸੀਂ ਇਹਦੇ 'ਚ ਨੈਚੁਰਲ ਨੰਬਰ ਦੇਵਾਂਗੇ ਸਾਨੂੰ ਕੋਈ ਰੀਅਲ ਵੈਲਿਊ ਹੀ ਆਨਸਰ 'ਚ ਮਿਲੇਗੀ। ਸੋ ਇੱਕ ਨੂਮੈਰਿਕ ਫੰਕਸ਼ਨ ਹੈਗਾ। ਹੁਣ ਅੱਗੇ ਵੈਲਿਊਜ਼ ਦੇਖ ਲੈਂਦੇ ਹਾਂ। ਜਦੋਂ ਇਸ ਵਿੱਚ 1 ਪਾਇਆ ਤਾਂ 1 ਦੀ ਸਕੁਏਅਰ ਇਕੁਅਲ ਟੂ ਕਿੰਨਾ ਆ ਜਾਊਗਾ, 1। ਜੇ ਅਸੀਂ 2 ਇਨਪੁਟ ਦਿੱਤੀ ਤਾਂ ਸਾਡੇ ਕੋਲ ਆਊਟਪੁੱਟ ਕੀ ਆ ਜਾਏਗੀ, 4। ਜਿਹੜੇ ਐਲੀਮੈਂਟ ਸਾਨੂੰ ਆਨਸਰ 'ਚ ਮਿਲ ਰਹੇ ਨੇ ਅਸੀਂ ਇਹਨਾਂ ਦੀ ਨੇਮਿੰਗ ਕਰ ਸਕਦੇ ਹਾਂ। ਵਿੱਚ ਫਸਟ ਐਲੀਮੈਂਟ ਹੋਏਗਾ A0, ਸੈਕਿੰਡ ਐਲੀਮੈਂਟ ਹੋਏਗਾ A1, ਥਰਡ ਐਲੀਮੈਂਟ ਹੋਏਗਾ A2 ਅਪ ਟੂ ਸੋ ਨੂਮੈਰਿਕ ਫੰਕਸ਼ਨ ਸਾਡੇ ਕੋਲ ਕੀ ਹੁੰਦਾ, ਇਹ ਫੰਕਸ਼ਨ ਜਿਹਦੇ ਐਲੀਮੈਂਟਸ ਕੀ ਹੋਣਗੇ A0 A1 A2 ਅਪ ਟੂ ਸੋ ਔਨ A ਆਫ R ਤੱਕ। ਹੁਣ ਰਿਕਰੈਂਸ ਰਿਲੇਸ਼ਨ ਕੀ ਆ, ਫਿਰ ਕਹਿੰਦੇ ਰਿਕਰੈਂਸ ਰਿਲੇਸ਼ਨ ਦੇ ਵਿੱਚ ਅਸੀਂ ਇਸ ਨੂਮੈਰਿਕ ਫੰਕਸ਼ਨ ਨੂੰ, ਜਿਹੜੇ ਅਸੀਂ ਡਿਸਕ੍ਰੀਟ ਨੂਮੈਰਿਕ ਫੰਕਸ਼ਨ ਆ, ਇਹਦੇ ਵਿੱਚ ਜੋ ਐਲੀਮੈਂਟਸ ਨੇ ਉਹਨਾਂ ਨੂੰ ਇੱਕ ਰਿਲੇਸ਼ਨ ਦੇ ਨਾਲ ਰਿਪਰਜੈਂਟ ਕਰਦੇ ਆ। ਮਤਲਬ ਜੇ ਇਹਦੇ ਵਿੱਚ ਕੋਈ ਵੀ ਐਲੀਮੈਂਟ ਲਿਆ AR, ਕੋਈ ਹੋਰ ਐਲੀਮੈਂਟ ਲਿਆ AR-1, ਕੋਈ ਇੱਕ ਹੋਰ ਐਲੀਮੈਂਟ ਲਿਆ AR-2, ਜਿੰਨੇ ਮਰਜ਼ੀ ਇੱਕ ਜਾਂ ਇੱਕ ਤੋਂ ਜ਼ਿਆਦਾ ਐਲੀਮੈਂਟਸ ਨੂੰ ਅਸੀਂ ਰਿਲੇਟ ਕਰਕੇ ਲਿਖ ਦਿੰਦੇ ਹਾਂ ਕਿਸੇ ਓਪਰੇਸ਼ਨ ਦੇ ਨਾਲ, ਪਲੱਸ ਨਾਲ ਮਲਟੀਪਲਾਈ ਦੇ ਨਾਲ ਰਿਲੇਸ਼ਨ ਬਣਾ ਕੇ ਉਹਨੂੰ ਲਿਖ ਦਿੰਦੇ ਹਾਂ। ਉਹ ਜਿਹੜੀ ਇਕੁਏਸ਼ਨ ਬਣਦੀ ਆ ਉਸਨੂੰ ਅਸੀਂ ਕੀ ਬੋਲਦੇ ਹਾਂ, ਰਿਕਰੈਂਸ ਰਿਲੇਸ਼ਨ ਬੋਲਦੇ ਹਾਂ। ਸੋ ਜਰਨਲ ਫਾਰਮ ਅਸੀਂ ਕਹਿ ਸਕਦੇ ਹਾਂ ਰਿਕਰੈਂਸ ਰਿਲੇਸ਼ਨ ਦੀ, ਸਾਡੇ ਕੋਲ ਜਰਨਲ ਫਾਰਮ ਕੀ ਹੁੰਦੀ ਆ ਹਾਂਜੀ। ਸੋ ਰਿਕਰੈਂਸ ਰਿਲੇਸ਼ਨ ਦੀ ਜਰਨਲ ਫਾਰਮ ਕੀ ਹੁੰਦੀ ਆ, C0 AR ਪਲੱਸ C1 AR-1 C2 AR-2 ਅਪ ਟੂ ਸੋ ਔਨ CK AR-K ਇਜ਼ ਇਕੁਅਲ ਟੂ F ਆਫ R, ਜਿੱਥੇ ਵਿੱਚ ਇਹ C0 C1 C2 ਕੀ ਹੁੰਦੇ ਨੇ, ਕੌਨਸਟੈਂਟ। ਜਿਵੇਂ ਅਸੀਂ ਆ ਲਿਖਿਆ ਹੋਇਆ AR ਪਲੱਸ 8 AR-2 ਇੱਕ ਰਿਲੇਸ਼ਨ ਆ ਜਿਹੜਾ AR ਅਤੇ AR-2 ਟਰਮ ਨੂੰ ਜੋੜ ਰਿਹਾ, ਅਤੇ ਮੂਹਰੇ ਜਿਹੜੇ ਇਹਨਾਂ ਦੇ ਲੱਗੇ ਹੋਏ ਨੇ ਇੱਥੇ 1 ਆ, ਇਹ ਹੋ ਗਿਆ C0 ਦੀ ਵੈਲਿਊ, ਇਹ ਕਿਹਦੀ ਹੋ ਗਈ C1 ਦੀ ਵੈਲਿਊ, ਕੌਨਸਟੈਂਟ ਦੀ ਵੈਲਿਊ। ਇਕੁਅਲਸ ਟੂ ਕੀ ਕਹਿ ਰਿਹਾ, ਕੋਈ F ਆਫ R, ਜਿਹੜਾ ਹੁਣ ਇਹ F ਆਫ R ਆ ਵਿੱਚ 0 ਵੀ ਹੋ ਸਕਦਾ ਅਤੇ ਇਹਦੀ ਥਾਂ 'ਤੇ ਕੋਈ ਹੋਰ ਫੰਕਸ਼ਨ ਵੀ ਦਿੱਤਾ ਹੋ ਸਕਦਾ, ਕੋਈ ਕੁਆਡਰੈਟਿਕ ਇਕੁਏਸ਼ਨ, ਕੋਈ ਲੀਨੀਅਰ ਇਕੁਏਸ਼ਨ, ਕੋਈ ਕੌਨਸਟੈਂਟ ਦਿੱਤਾ ਹੋ ਸਕਦਾ। ਉਹਦੇ ਨਾਲ ਅੱਗੇ ਇਹਨੂੰ ਕਲਾਸੀਫਿਕੇਸ਼ਨ ਹੋ ਜਾਂਦੀ ਆ। ਜੇ ਇਸ F R ਦੀ ਵੈਲਿਊ 0 ਆ ਤਾਂ ਸਾਡਾ ਰਿਕਰੈਂਸ ਰਿਲੇਸ਼ਨ ਕੀ ਹੋਏਗਾ, ਹੋਮੋਜੀਨੀਅਸ। ਜੇਕਰ ਇਸ ਦੀ ਵੈਲਿਊ ਨੋਨ ਜ਼ੀਰੋ ਆ ਤਾਂ ਇਹ ਸਾਡੇ ਕੋਲ ਜਿਹੜੀ ਇਕੁਏਸ਼ਨ ਹੋਏਗੀ ਜਾਂ ਰਿਲੇਸ਼ਨ ਹੋਏਗਾ ਉਹ ਕੀ ਹੋਏਗਾ, ਨੋਨ ਹੋਮੋਜੀਨੀਅਸ। ਆਈ ਹੋਪ ਕਿ ਰਿਕਰੈਂਸ ਰਿਲੇਸ਼ਨ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਹੋਏਗੀ। ਹੁਣ ਅਸੀਂ ਕਰਦੇ ਹਾਂ ਕਿ ਰਿਕਰੈਂਸ ਰਿਲੇਸ਼ਨ ਦਾ ਸਲਿਊਸ਼ਨ ਕਿਵੇਂ ਫਾਈਂਡ ਕਰਨਾ। ਹੁਣ ਦੇਖੋ ਅਸੀਂ ਡਿਸਕਸ ਕੀਤਾ ਕਿ ਸਾਡੇ ਕੋਲ ਟਾਈਪਸ ਕਿੰਨੀਆਂ ਨੇ ਰਿਕਰੈਂਸ ਰਿਲੇਸ਼ਨ ਦੀਆਂ, 2। ਫਿਰ ਇਹਨਾਂ ਦੀ 2 ਟਾਈਪ ਦੇ ਅਕੋਰਡਿੰਗ ਇਹਦੇ ਸੋਲਿਊਸ਼ਨ ਵੀ ਉਵੇਂ ਹੀ ਸੈਪਰੇਟ ਸੋਲਵ ਕਰ ਸਕਦੇ ਹਾਂ ਅਸੀਂ। ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਜਦੋਂ ਹੋਮੋਜੀਨੀਅਸ ਰਿਕਰੈਂਸ ਰਿਲੇਸ਼ਨ ਹੋਏਗਾ ਉਹਦਾ ਸੋਲਿਊਸ਼ਨ ਕਿੱਦਾਂ ਫਾਈਂਡ ਹੁੰਦਾ। ਹੋਮੋਜੀਨੀਅਸ ਰਿਕਰੈਂਸ ਰਿਲੇਸ਼ਨ ਜਿਹਦੇ ਵਿੱਚ ਟਰਮ ਕਿਹਦੇ ਇਕੁਅਲ ਪਈ ਹੋਊਗੀ, 0 ਦੇ ਇਕੁਅਲ ਪਈ ਹੋਊਗੀ। ਕਹਿੰਦੇ ਸਟੈਪ ਫਸਟ ਕੀ ਆ, ਅਸੀਂ ਜਿਹੜੀ ਵੀ ਰਿਕਰੈਂਸ ਰਿਲੇਸ਼ਨ ਦਿੱਤਾ ਹੋਇਆ ਉਹਦੀ ਸਭ ਤੋਂ ਪਹਿਲਾਂ ਕਰੈਕਟਰਿਸਟਿਕ ਇਕੁਏਸ਼ਨ ਲਿਖਾਂਗੇ। ਕਰੈਕਟਰਿਸਟਿਕ ਇਕੁਏਸ਼ਨ ਕਿੱਦਾਂ ਲਿਖੀ ਜਾਂਦੀ ਹੈ, ਜੇ ਕੀ ਹੁੰਦੀ ਹੈ ਸਾਡੇ ਕੋਲ, ਦੇਖੋ ਸਮਝਦੇ ਹਾਂ। ਅਸੀਂ ਇੱਕ ਰਿਕਰੈਂਸ ਰਿਲੇਸ਼ਨ ਲਿਆ AR ਮਾਈਨਸ 8 AR-2 ਇਜ਼ ਇਕੁਅਲ ਟੂ 0। ਹੋਮੋਜੀਨੀਅਸ ਟਾਈਪ ਦਾ ਰਿਕਰੈਂਸ ਰਿਲੇਸ਼ਨ ਇਕੁਅਲ ਟੂ 0 ਪਿਆ ਅਤੇ AR ਅਤੇ AR-2 'ਚ ਰਿਲੇਸ਼ਨ ਦਿੱਤਾ ਹੋਇਆ। ਕਰੈਕਟਰਿਸਟਿਕ ਇਕੁਏਸ਼ਨ ਕੀ ਹੁੰਦੀ ਆ ਬੱਚੇ, ਜੋ ਇਹਦੇ ਵਿੱਚ ਸਾਨੂੰ AR ਵੇਰੀਏਬਲ ਦਿੱਤਾ ਹੋਇਆ ਉਹਨੂੰ ਕੋਈ ਹੋਰ ਵੇਰੀਏਬਲ ਦੀ ਫਾਰਮ 'ਚ ਪੁੱਟ ਕਰ ਦਿਓ। ਜਿਵੇਂ ਅਸੀਂ AR ਨੂੰ ਕੀ ਪੁੱਟ ਕਰ ਦਾਂਗੇ, ਸਮ B ਦੀ ਪਾਵਰ R, ਜੋ ਉਰੇ ਹੋਏਗਾ ਇਹਦੇ
ਇੰਡੈਕਸ ਫਾਰਮ 'ਚ ਉਹ ਕੀ ਚਲਾ ਜਾਏਗਾ, ਇਹਦੀ ਪਾਰ ਦੀ ਫਾਰਮ ਦੇ ਵਿੱਚ, ਕਿਸੇ ਹੋਰ ਐਲੀਮੈਂਟ ਦੀ ਪਾਰ ਫਾਰਮ 'ਚ। ਤਾਂ ਇਹ ਕੀ ਫਾਰਮ ਹੋ ਜਾਏਗਾ ਸਾਡੇ ਕੋਲ, ਕਨਵਰਟ ਹੋ ਜਾਏਗੀ b ਦੀ ਪਾਵਰ r ਮਾਈਨਸ 8 b ਦੀ ਪਾਵਰ r ਮਾਈਨਸ 2 ਇਜ਼ ਇਕੁਅਲ ਟੂ 0। ਤਾਂ ਹੁਣ ਜਿਹੜੀਆਂ ਇਕੁਏਸ਼ਨ ਸਾਡੇ ਕੋਲ ਬਣੀਆਂ, ਇਸ ਇਕੁਏਸ਼ਨ ਤੋਂ ਰਿਕਰੈਂਸ ਰਿਲੇਸ਼ਨ ਤੋਂ ਇਕੁਏਸ਼ਨ ਜੋ ਬਣੀ ਆ ਉਹਨੂੰ ਕੀ ਬੋਲਿਆ ਜਾਂਦਾ, ਕਰੈਕਟਰਿਸਟਿਕ ਇਕੁਏਸ਼ਨ ਬੋਲਿਆ ਜਾਂਦਾ। ਇਹ ਕਰੈਕਟਰਿਸਟਿਕ ਇਕੁਏਸ਼ਨ ਕਾਹਦੇ ਲਈ ਫਾਈਂਡ ਕਰਦੇ ਹਾਂ ਅਸੀਂ, ਜਿਹੜਾ ਗਿਵਨ ਰਿਕਰੈਂਸ ਰਿਲੇਸ਼ਨ ਹੁੰਦਾ ਉਹਦੇ ਰੂਟ ਫਾਈਂਡ ਕਰਨ ਦੇ ਲਈ ਜਾਂ ਉਹਨੂੰ ਸੋਲਵ ਕਰਨ ਦੇ ਲਈ ਇਹ ਬਣਾਈ ਜਾਂਦੀ ਆ। ਜਿਵੇਂ ਇੱਥੇ ਸਾਡੇ ਕੋਲ ਦਿੱਤੀ ਹੋਈ ਹੈ ਬੱਚੇ, ਇਸ ਤਰ੍ਹਾਂ ਅਸੀਂ ਐਗਜ਼ਾਮਪਲ ਲੈ ਲਈ, ਕਹਿੰਦੇ ਕਿ ਸਾਨੂੰ ਕੋਈ ਰਿਲੇਸ਼ਨ ਦਿੱਤਾ ਹੋਇਆ SN ਪਲੱਸ CN SN ਮਾਈਨਸ 1 ਪਲੱਸ C2 SN ਮਾਈਨਸ 2। ਦੇਖੋ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਅਸੀਂ ਇੱਥੇ AR ਲਿਆ ਸੀ, ਉਰੇ ਸਾਡੇ ਕੋਲ S ਆ ਗਿਆ। ਸੋ ਵੀਰੇ ਇਹ ਤਾਂ ਬੱਚੇ ਫਾਰਮ ਉਹਨੂੰ ਰਿਪਰਜੈਂਟ ਕਰਨ ਦੀ ਆ, ਅਸੀਂ A ਦੇ ਨਾਲ ਰਿਪਰਜੈਂਟ ਕਰ ਸਕਦੇ ਹਾਂ, B ਦੇ ਨਾਲ ਵੀ, S ਦੇ ਨਾਲ ਵੀ, ਕੋਈ ਵੀ ਉਹਨੂੰ ਨੇਮ ਦੇ ਸਕਦੇ ਹਾਂ। ਬਟ ਜਨਰਲੀ A ਤੇ ਇਹ S ਦੀ ਫਾਰਮ ਦੇ ਵਿੱਚ ਹੀ ਇਹਦੇ ਐਲੀਮੈਂਟਸ ਨੂੰ ਰਿਪਰਜੈਂਟ ਕੀਤਾ ਜਾਂਦਾ। ਹੁਣ ਇਹ ਤਾਂ ਹੋ ਗਈ ਇਹਦੀ ਸਾਡੇ ਕੋਲ ਜਨਰਲ ਫਾਰਮ। ਹੁਣ ਜਨਰਲ ਫਾਰਮ ਤੋਂ ਅਸੀਂ ਨੇ ਕੀ ਕਨਵਰਟ ਕਰਨਾ ਇਹਨੂੰ ਕਰੈਕਟਰਿਸਟਿਕ ਫਾਰਮ 'ਚ। ਕਰੈਕਟਰਿਸਟਿਕ ਫਾਰਮ 'ਚ ਅਸੀਂ ਕੀ ਕਿਹਾ, ਕਹਿੰਦੇ ਜੋ ਵੀ SN ਜੋ ਵੀ ਵੇਰੀਏਬਲ ਸਾਨੂੰ ਦਿੱਤੀ ਹੋਈ ਆ ਉਹਨੂੰ ਕਿਸੇ ਹੋਰ ਵੇਰੀਏਬਲ ਦੀ ਫਾਰਮ 'ਚ ਪੁੱਟ ਕਰ ਦਿਓ, ਜੋ ਉਰੇ ਹੋਏਗਾ ਇਹਦੀ ਪਾਵਰ 'ਚ ਚਲਿਆ ਜਾਏਗਾ A ਦੀ ਪਾਵਰ n। ਸੋ ਪਹਿਲਾ ਐਲੀਮੈਂਟ ਕੀ ਹੋ ਜਾਏਗਾ A ਦੀ ਪਾਵਰ n, ਦੂਸਰਾ ਐਲੀਮੈਂਟ C1 A ਦੀ ਪਾਵਰ n ਮਾਈਨਸ 1, ਤੀਸਰਾ ਐਲੀਮੈਂਟ C2 A ਦੀ ਪਾਵਰ n ਮਾਈਨਸ 2 ਇਜ਼ ਇਕੁਅਲ ਟੂ 0। ਇਹ ਹੋ ਗਈ ਕਰੈਕਟਰਿਸਟਿਕ ਇਕੁਏਸ਼ਨ। ਹੁਣ ਉਸ ਤੋਂ ਬਾਅਦ ਸਟੈਪ ਸੈਕਿੰਡ ਕੀ ਹੋਏਗਾ, ਅਸੀਂ ਇਸ ਕਰੈਕਟਰਿਸਟਿਕ ਇਕੁਏਸ਼ਨ ਨੂੰ ਰੂਟ ਦੇ ਲਈ ਸੋਲਵ ਕਰਾਂਗੇ। ਹੁਣ ਕਰੈਕਟਰਿਸਟਿਕ ਇਕੁਏਸ਼ਨ ਨੂੰ ਸੋਲਵ ਕਿਵੇਂ ਕਰਨਾ, ਫਿਰ ਅਸੀਂ ਉਹੀ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। ਕਹਿੰਦੇ ਅਸੀਂ ਨੇ ਵੈਲਿਊ ਲਈ ਸੀ ਹਾਂਜੀ, ਅਸੀਂ ਵੈਲਿਊ ਲਈ ਸੀਗੀ AR ਮਾਈਨਸ 8 AR ਮਾਈਨਸ 1 ਇਜ਼ ਇਕੁਅਲ ਟੂ 0। ਅਸੀਂ ਇਹਨੂੰ ਪੁੱਟ ਕੀਤਾ B ਦੀ ਪਾਵਰ, ਇਹ ਹੋ ਗਿਆ ਸਾਡੇ ਕੋਲ 8 B ਦੀ ਪਾਵਰ R ਮਾਈਨਸ 1, ਇਹਦੀ ਕਰੈਕਟਰਿਸਟਿਕ ਇਕੁਏਸ਼ਨ ਹੋ ਗਈ। ਦੇਖੋ ਉਸ ਤੋਂ ਬਾਅਦ ਰੂਟ ਕੱਢਣੇ ਆ ਬੱਚੇ। ਰੂਟ ਸਾਨੂੰ ਜ਼ਿਆਦਾਤਰ ਲੀਨੀਅਰ ਇਕੁਏਸ਼ਨ ਦੇ ਕੱਢਣਾ ਆਉਂਦਾ, ਕੁਆਡਰੈਟਿਕ ਦੇ ਆਉਂਦੇ ਆ, ਕਿਊਬਿਕ ਦੇ ਵੀ ਅਸੀਂ ਬਾਈ ਹਿਟ ਐਂਡ ਟਰਾਇਲ ਮੈਥਡ ਕਰ ਸਕਦੇ ਹਾਂ, ਬਾਈ ਕੁਆਡਰੈਟਿਕ ਦੇ ਵੀ। ਬਟ ਇਸ ਤੋਂ ਹਾਇਰ ਸਾਨੂੰ ਡਿਫੀਕਲਟ ਆ, ਇੱਥੇ R ਦੀ ਸਾਨੂੰ ਵੈਲਿਊ ਹੀ ਨਹੀਂ ਪਤਾ, ਇਕੁਏਸ਼ਨ ਦੀ ਵੈਲਿਊ ਨਹੀਂ ਪਤਾ, ਫਿਰ ਰੂਟਸ ਕਿਵੇਂ ਸੋਲਵ ਕਰਾਂਗੇ। ਸੋ ਪਹਿਲਾਂ ਇਹਨੂੰ ਟਰਾਈ ਕਰੋ, ਜਾਂ ਤਾਂ ਲੀਨੀਅਰ ਜਾਂ ਕੁਆਡਰੈਟਿਕ ਜਾਂ ਕਿਊਬਿਕ ਇਕੁਏਸ਼ਨ ਦੀ ਬਣਾਉਣ ਦੀ। ਹੁਣ ਇਹਦੇ ਵਿੱਚ ਸਭ ਤੋਂ ਸਮੋਲੈਸਟ ਪਾਵਰ ਕਿੰਨੀ ਆ, B ਦੀ ਪਾਵਰ R ਮਾਈਨਸ 1, ਇਹਨੂੰ ਕਾਮਨ ਕਰ ਲਓ। ਇਕੁਏਸ਼ਨ ਕੀ ਬਣ ਜਾਏਗੀ, B ਦੀ ਪਾਵਰ R ਮਾਈਨਸ 1 ਕਾਮਨ, ਉਰੇ ਕੀ ਬਚੇਗਾ BR ਅਪੋਨ BR ਮਾਈਨਸ 1 ਮਾਈਨਸ 8 ਇਜ਼ ਇਕੁਅਲ ਟੂ 0। ਇਹਨੂੰ ਲਿਖ ਸਕਦੇ ਹਾਂ ਬੱਚੇ B R ਮਾਈਨਸ 1 ਇੰਟੂ B ਦੀ ਪਾਵਰ R, ਉੱਪਰ ਚਲਾ ਜਾਏਗਾ ਤਾਂ ਨੈਗੇਟਿਵ ਹੋ ਜਾਏਗਾ, ਮਾਈਨਸ R ਪਲੱਸ 1, ਇਹ ਤਾਂ ਕੈਂਸਲ ਆਊਟ ਹੋ ਗਏ, ਮਾਈਨਸ ਆਫ 8 ਇਜ਼ ਇਕੁਅਲ ਟੂ 0। ਸੋ ਦੇਖੋ ਆ ਵੀ B ਦੀ ਪਾਵਰ R ਮਾਈਨਸ 1 ਪ੍ਰੋਡਕਟ 'ਚ ਆ, ਉੱਧਰ ਜਾਊਗਾ 0 ਨਾਲ ਖਤਮ ਹੋ ਜਾਏਗਾ, ਸਿਰਫ ਬਚੇਗਾ B ਮਾਈਨਸ 8 ਇਜ਼ ਇਕੁਅਲ ਟੂ 0। ਸੋ B ਦੀ ਵੈਲਿਊ ਕੀ ਆ ਗਈ A। ਇਹ ਹੋ ਗਿਆ ਸਾਡਾ ਸੈਕਿੰਡ ਸਟੈਪ ਕਿ ਅਸੀਂ ਜੋ ਵੀ ਕਰੈਕਟਰਿਸਟਿਕ ਇਕੁਏਸ਼ਨ ਆਈ ਆ ਉਹਨੂੰ ਸੋਲਵ ਕਰਕੇ ਕੀ ਫਾਈਂਡ ਕਰਾਂਗੇ, ਰੂਟ ਫਾਈਂਡ ਕਰਾਂਗੇ। ਫਿਰ ਅਗਲਾ ਸਟੈਪ ਨੰਬਰ 3 ਕਹਿੰਦੇ ਜੇ ਜਿਹੜਾ ਹੁਣ ਰੂਟ ਆਏ ਨੇ ਉਹਦੇ ਅਕੋਰਡਿੰਗ ਅਸੀਂ ਆਪਣਾ ਸੋਲਿਊਸ਼ਨ ਆ ਜਿਹੜਾ ਉਹ ਰਿਪਰਜੈਂਟ ਕਰਾਂਗੇ। ਹੁਣ ਸੋਲਿਊਸ਼ਨ ਦੇਖਦੇ ਹਾਂ। ਦੇਖੋ ਜੇ ਕਹਿੰਦੇ ਸਾਡੇ ਕੋਲ ਸੋਲਵ ਕਰਨ ਤੋਂ ਬਾਅਦ ਰੂਟ ਡਿਫਰੈਂਟ ਆ ਰਹੇ ਨੇ ਤਾਂ ਉਹਦਾ ਜਨਰਲ ਸੋਲਿਊਸ਼ਨ ਅਸੀਂ ਕਿਵੇਂ ਲਿਖਦੇ ਹਾਂ, SN ਇਜ਼ ਇਕੁਅਲ ਟੂ ਸਮ ਕੋਈ ਕਾਂਸਟੈਂਟ ਇਨਟੂ ਜੋ ਰੂਟ ਆਇਆ ਉਹਦੀ ਪਾਵਰ n। ਜਿਵੇਂ ਹੁਣ ਸਾਨੂੰ ਜੋ ਰੂਟ ਮਿਲਿਆ 8 ਤਾਂ ਅਸੀਂ ਕੀ ਲਿਖ ਦਾਂਗੇ 8 ਦੀ ਪਾਵਰ n। ਜੇਕਰ ਰੂਟ ਆਉਂਦਾ ਬੱਚੇ 6 ਤਾਂ ਇਹਨੂੰ ਲਿਖ ਦਿੰਦੇ C1 6 ਦੀ ਪਾਵਰ n। ਜੇ ਦੋ ਰੂਟ ਨੇ ਤਾਂ C2 8 ਦੀ ਪਾਵਰ n, ਜੋ ਇਹ ਸੈਪਰੇਟ ਰੂਟ ਨੇ। ਬਟ ਕਹਿੰਦੇ ਜੇ ਸਾਡੇ ਕੋਲ ਰੂਟ ਸੇਮ ਆਉਂਦੇ ਨੇ ਫਿਰ ਅਸੀਂ ਜਨਰਲ ਸੋਲਿਊਸ਼ਨ ਕੀ ਲਿਖਣਾ, ਮੰਨ ਲਓ ਸਾਡੇ ਕੋਲ ਰੂਟ ਦੀ ਵੈਲਿਊ 2 ਆਈ ਆ, ਫਿਰ ਅਸੀਂ ਕੀ ਲਿਖਣਾ ਸਮ ਕਾਂਸਟੈਂਟ ਪਲੱਸ n ਇੰਟੂ C2 ਸਮ ਅਨਦਰ ਕਾਂਸਟੈਂਟ, ਬਾਹਰ ਕੀ ਆਏਗਾ ਕਾਮਨ ਰੂਟ, ਜੋ ਸੇਮ ਰੂਟ ਆਇਆ ਉਹਦੀ ਪਾਵਰ n। ਇਸ ਤਰ੍ਹਾਂ ਅਸੀਂ ਸੋਲਿਊਸ਼ਨ ਲਿਖ ਦਾਂਗੇ। ਜੇ ਤਿੰਨ ਰੂਟ ਸੇਮ ਨੇ ਤਾਂ C1 ਪਲੱਸ n C2 ਪਲੱਸ n ਸਕੇਅਰ C3 ਅਤੇ ਬਾਹਰ ਕੀ ਆ ਜਾਏਗਾ ਉਹ ਕਾਮਨ ਰੂਟ ਦੀ ਪਾਵਰ n। ਬੱਚੇ ਇੱਥੇ 2 ਹਮੇਸ਼ਾ ਨਹੀਂ, ਉਹ ਰੂਟ ਜੋ ਕਿ ਰਿਪੀਟ ਹੋ ਰਿਹਾ ਉਹਦੀ ਪਾਵਰ n ਇੱਥੇ ਲਿਖੀ ਜਾਊਗੀ। ਇਹ ਸੀਗਾ ਸੋਲਿਊਸ਼ਨ ਆਫ ਹੋਮੋਜੀਨੀਅਸ ਰਿਕਰੈਂਸ ਰਿਲੇਸ਼ਨ। ਹੁਣ ਅਸੀਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਨੋਨ ਹੋਮੋਜੀਨੀਅਸ ਇਕੁਏਸ਼ਨ ਦਾ ਸੋਲਿਊਸ਼ਨ। ਹਾਂਜੀ, ਸੋਲਿਊਸ਼ਨ ਆਫ ਨੋਨ ਹੋਮੋਜੀਨੀਅਸ ਰਿਕਰੈਂਸ ਰਿਲੇਸ਼ਨ। ਦੇਖੋ ਅਸੀਂ ਕਿਹਾ ਹੋਮੋਜੀਨੀਅਸ ਪਾਰਟ ਤਾਂ ਹੁੰਦਾ ਜਦੋਂ ਇਕੁਅਲ ਟੂ 0 ਪਿਆ ਹੋਵੇ। ਹੁਣ ਨੋਨ ਹੋਮੋਜੀਨੀਅਸ ਪਾਰਟ ਜਿੱਥੇ ਰਿਕਰੈਂਸ ਰਿਲੇਸ਼ਨ ਕਿਸੇ ਫੰਕਸ਼ਨ ਦੇ ਇਕੁਅਲ ਪਿਆ ਹੋਵੇ। ਅੱਗੇ ਫੰਕਸ਼ਨ ਲਈ ਕਿਹੜੇ ਕਿਹੜੇ ਕੇਸ ਹੋ ਸਕਦੇ ਆ ਬੱਚੇ, ਜਾਂ ਤਾਂ ਇਹ ਫੰਕਸ਼ਨ ਕਾਂਸਟੈਂਟ ਵੈਲਿਊ ਹੋ ਸਕਦੀ ਆ, ਜਾਂ ਫਿਰ ਕੋਈ ਲੀਨੀਅਰ ਫੰਕਸ਼ਨ ਹੋ ਸਕਦਾ, ਜਾਂ ਕੁਆਡਰੈਟਿਕ ਫੰਕਸ਼ਨ ਹੋ ਸਕਦਾ, ਕੋਈ ਐਕਸਪੋਨੈਂਟ ਹੋ ਸਕਦਾ। ਅਸੀਂ ਇਹਨਾਂ ਸਾਰਿਆਂ ਕੇਸਿਸ ਦੇ ਲਈ ਡਿਸਕਸ ਕਰਾਂਗੇ ਕਿ ਰਿਕਰੈਂਸ ਰਿਲੇਸ਼ਨ ਦਾ ਸੋਲਿਊਸ਼ਨ ਕਿੱਦਾਂ ਫਾਈਂਡ ਕਰਨਾ।
देखो जो भी नॉन होमोजीनियस टर्म आएगी उदों साडे कोल दो सल्यूशन एग्जिस्ट करनी है। पहला सल्यूशन होमोजीनियस सल्यूशन, सैकेंड सल्यूशन पर्टिकुलर सल्यूशन। पर्टिकुलर सल्यूशन होमोजीनियस सल्यूशन जो इस इक्वेशन जो नॉन होमोजीनियस रिकरेंस रिलेशन दिता होया ਉਹਦੇ ਵਿੱਚੋਂ ਆਹ ਵਾਲੇ ਫੰਕਸ਼ਨ ਨੂੰ ਇਗਨੋਰ ਕਰਕੇ ਇਹਨੂੰ ਸਿਰਫ ਹੋਮੋਜੀਨੀਅਸ ਫਾਰਮ ਦੇ ਵਿੱਚ ਰੱਖ ਕੇ ਅਸੀਂ ਸੋਲਵ ਕਰਾਂਗੇ। ਪਰਟੀਕੂਲਰ ਸੋਲੂਸ਼ਨ ਕੀ ਹੋਏਗਾ, ਜੋ ਅਸੀਂ ਫੰਕਸ਼ਨ ਦਿੱਤਾ ਹੋਇਆ ਉਹਨੂੰ ਯੂਜ਼ ਕਰਕੇ ਫਾਈਂਡ ਆਊਟ ਕਰਾਂਗੇ, ਉਹ ਹੋਏਗਾ ਸਾਡਾ ਪਰਟੀਕੂਲਰ ਸੋਲੂਸ਼ਨ। ਅਤੇ ਕੰਪਲੀਟ ਸੋਲੂਸ਼ਨ ਕੀ ਹੋਇਆ ਕਰੇਗਾ, ਇਹਨਾਂ ਦੋਹਾਂ ਸੋਲਿਊਸ਼ਨਸ ਨੂੰ ਐਡ ਕਰਕੇ ਜੋ ਸੋਲੂਸ਼ਨ ਬਣੇਗਾ ਉਹ ਸਾਡੇ ਕੋਲ ਹੋਏਗਾ ਕੰਪਲੀਟ ਸੋਲੂਸ਼ਨ। ਹੁਣ ਇਹਦੇ ਵਿੱਚ ਅਸੀਂ ਵਿੱਚ ਕਿਹਾ ਕਿ ਕੇਸ ਬਣਦੇ ਆ, ਫੰਕਸ਼ਨ ਕਿਸ ਟਾਈਪ ਦਾ ਹੋਏਗਾ ਉਸ ਅਕੋਰਡਿੰਗ ਸਾਡਾ ਸੋਲਿਊਸ਼ਨ ਜਾਏਗਾ। ਸੋ ਅਸੀਂ ਸਟੈਪ ਫਸਟ ਦੇਖਦੇ ਹਾਂ ਇਹਦਾ ਪ੍ਰੋਸੀਜਰ। ਕਹਿੰਦੇ ਸਟੈਪ ਫਸਟ ਸੋਲਿਊਸ਼ਨ ਆਫ ਰਿਕਰੈਂਸ ਰਿਲੇਸ਼ਨ ਨॉन ਹੋਮੋਜੀਨੀਅਸ ਦੇ ਵਿੱਚ ਦੋ ਤਰ੍ਹਾਂ ਦੇ ਸੋਲਿਊਸ਼ਨ ਐਗਜ਼ਿਸਟ ਕਰੇਗਾ, ਹੋਮੋਜੀਨੀਅਸ ਤੇ ਪਾਰਟਿਕੂਲਰ ਸੋਲਿਊਸ਼ਨ। ਸਟੈਪ ਸੈਕਿੰਡ ਕੀ ਹੋਏਗਾ, ਕਹਿੰਦੇ ਜਿਸ ਤਰ੍ਹਾਂ ਦਾ ਫੰਕਸ਼ਨ ਸਾਡਾ ਹੋਏਗਾ ਉਸ ਅਕੋਰਡਿੰਗ ਅਸੀਂ ਪਾਰਸ਼ੀਅਲ ਸੋਲਿਊਸ਼ਨ ਦੇ ਲਈ ਕੀ पर्टिकुलर सोल्यूशन के लिए की करांगे, वर्क करांगे। सब तो पहला असी मन के चलते हैं कि जेकर ये फंक्शन किहदे इक्वल दिता होया, सम कॉन्सटेंट टर्म के इक्वल दिता होया। कॉन्सटेंट टर्म मतलब कि असी किवें ले सकते हैं, मान लो साडे कोल एग्जाम्पल लेने बच्चे दिता होया ए आर -2a r-1 प्लस 3a r-2 ये दिता होया, किहदे इक्वल दिता होया 5। 5 एक कॉन्सटेंट टर्म आ, कोई एन नहीं कोई आर नहीं, ये कुछ भी नहीं, बस एक कॉन्सटेंट पिया। हुण 5 की प्लेस के बच्चे कुछ भी हो सकता, डी भी दिता हो सकता, 6 भी दिता हो सकता, 8 भी दिता हो सकता, 1 भी। कहते जो कोई टर्म कोई रिकरेंस रिलेशन किसी कॉन्सटेंट के इक्वल पिया हो उस टाइम असी पर्टिकुलर सोल्यूशन किद्दां करना। देखो पहला पार्ट तो उही है सेम, किसी होमोजीनियस सोल्यूशन कड्डांगे। होमोजीनियस के लिए की होएगा, असी इस कॉन्सटेंट नूं इग्नोर करके इनू इक्वल टू 0 मान लांगे। ar-1 प्लस 3ar-2 इज इक्वल टू 0। फिर सिमिलर सॉल्व करांगे जिमें असी फस्ट टाइप च किया होमोजीनियसली, वो पार्ट डिस्कस नहीं करांगे, रिपीट होएगा। हुण इहदे विच जे साडे कोल किहदे इक्वल आ 5 दे इक्वल आ, फिर कहंदे विच असी की करांगे जो 5 दे इक्वल आ जो कॉन्सटेंट दे इक्वल आ, सब तो पहला स्टैप होगा कहते जिहड़ा एस एन आ जिस फॉर्म दे विच सानूं इक्वेशन दित्ती हुई आ, देखो उहदे विच के दी फॉर्म च दित्ती हुई है, तो असीं मनना है कि जो एस के आ उहनूं की पुट कर दो होर कोई कॉन्सटेंट, जो उत्थे 5 आ 6 आ कुछ भी, तो असीं इहनूं की पुट कर देंगे कोई कॉन्सटेंट डी। बच्चे डी कंपलसरी नहीं कि असीं हर बारी डी ही पुट करना, डी दी प्लेस ते कोई ई पुट करना, पी, बस ये नेम आ कि हाँ जी असीं कोई एस के नूं की पुट कर रहे हैं, कोई कॉन्सटेंट वो डी दी फॉर्म च रख लिया। सो इक्वेशन दे विच जिथे भी सानू एस के दिखेगा, एस के -1 दिखेगा, एस के -2 दिखेगा, उत्थे सारियां जगह ते असीं की सबसीट्यूट कर देंगे, डी सबसीट्यूट कर देंगे। तो उस तो बाद इस डी की वैल्यू फाइंड करांगे। जे सानू डी की वैल्यू मिल जाती है तो उही साडा सोल्यूशन फॉर्म हो जाता, पर्टिकुलर सोल्यूशन। फॉर एग्जाम्पल के थ्रू इनू समझते हैं बच्चे। एस के इज इक्वल टू डी, एक एग्जाम्पल लैने हाँ जी, लिया सी बच्चे ए आर -2 ए आर-1 प्लस 3 ए आर-2 इज इक्वल टू 5। असी ये ले लिया। असी स्टैप की किया, कहते जो भी फॉर्म के सानू इक्वेशन दी हुई है उन्होंने कॉन्सटेंट पुट कर दो। असी ने ए आर नूं की पुट करता डी, तो ए इक्वेशन इत्थे की बन जाएगा डी, इत्थे की आ जाएगा -2d, इत्थे की आ जाएगा प्लस 3d इज इक्वल टू 5। देखो ए आर ਇਹਦੇ ਨਾਲ ਫਰਕ ਕਿਉਂ ਨਹੀਂ ਪਿਆ, r-1 ਨਾਲ r-2 ਨਾਲ, ਡੀ ਦਾ ਕੌਨਸਟੈਂਟ ਇਹਦੇ ਨਾਲ ਕੋਈ ਵੇਰੀਏਬਲ ਨਹੀਂ ਹੈਗਾ। ਸੋ ਜੇ ਚਾਹੇ ਇਹਦੀ ਆਹ ਵੈਲਿਊ ਇੰਡੈਕਸ ਵੈਲਿਊ ਚੇਂਜ ਕਰੀ ਜਾਓਗੇ ਤਾਂ ਕੌਨਸਟੈਂਟ ਹੀ ਰਹੇਗਾ। ਸੋ ਅਸੀਂ ਸਿੰਪਲ ਵੈਲਿਊ ਸਬਸਟੀਟਿਊਟ ਕੀਤੀ, ਇਹਨੂੰ ਸੋਲਵ ਕੀਤਾ, ਵਿੱਚ ਇਹ ਆਂਸਰ ਆ ਗਿਆ -d प्लस 3d इज इक्वल टू 5। सॉल्व करके 2d इज इक्वल टू 5, डी की वैल्यू साढ़े कोल कितनी आ गई 5/2 आ गया। हुण जिहड़े 5/2 आया ये साडा पर्टिकुलर सोल्यूशन हो गया। देखो जे सानू सॉल्व करे तो डी की वैल्यू मिल जाती है, उत्थे साडा पर्टिकुलर सोल्यूशन है जिहड़ा वो स्टॉप हो जाता। बट बाय चांस जे इधरली वैल्यू साडे कोल इस इक्वेशन 0 के इक्वल आ जाती, फिर उन्होंने असीं बोलते हैं केस ऑफ फेलियर, मतलब उस वैल्यू ने साडा सोल्यूशन नहीं दिता। फिर अगले स्टैप च सानू की करना पैंदा, इस ए आर नूं पुट करना पैंदा, इस ए आर नूं सानू सबसीट्यूट करना पैंदा। ए आर
इज़ इक्वल टू एन ऑफ डी। मतलब बच्चे ਅਸੀਂ ਉਹਦੇ ਨਾਲ n ਲਗਾ ਦਿੰਦੇ ਹਾਂ। ਜੇ ਉਰੇ a r ਆ ਸਾਡੇ ਕੋਲ ਉਸ ਫਾਰਮ ਦੇ ਵਿੱਚ k ਦੀ ਫਾਰਮ 'ਚ ਦਿੱਤਾ ਹੋਇਆ ਤਾਂ k, ਜੇ ਉਰੇ r ਆ ਤਾਂ ਇੱਥੇ r ਲਾ ਦਾਂਗੇ, ਜੇ a k ਹੁੰਦਾ ਤਾਂ k ਆਫ d ਲਾ ਦਿੰਦੇ, ਜੇ n ਹੁੰਦਾ ਤਾਂ ਅਸੀਂ ਕੀ ਲਾ ਦਿੰਦੇ n ਆਫ d। ਮਤਲਬ ਜੋ ਵੇਰੀਏਬਲ 'ਚ ਸਾਡੀ ਇਕੁਏਸ਼ਨ ਚੱਲ ਰਹੀ ਆ ਉਹਦੀ ਪ੍ਰੋਡਕਟ ਅਸੀਂ ਕੌਂਸਟੈਂਟ ਨਾਲ ਕਰ ਦਿੰਦੇ, ਫਿਰ ਇਹੀ ਵੈਲਿਊਜ਼ ਅਸੀਂ ਸੋਲਿਊਸ਼ਨ 'ਚ ਸਬਸਟੀਟਿਊਟ ਕਰ ਦਿੰਦੇ, ਸੋਲਵ ਕਰਦੇ, ਕੌਂਸਟੈਂਟ ਦੀ ਵੈਲਿਊ ਫਾਈਂਡ ਕਰਦੇ, ਫਿਰ ਸਾਡਾ ਪਰਟੀਕੂਲਰ ਸੋਲਿਊਸ਼ਨ ਉਸ ਅਕੋਰਡਿੰਗ ਆ ਜਾਂਦਾ। ਇਹ ਸੀਗਾ ਫਸਟ ਟਾਈਪ, ਜਦੋਂ ਸਾਡੇ ਕੋਲ ਫੰਕਸ਼ਨ ਕੀ ਹੋਏਗਾ, ਇੱਕ ਕੌਂਸਟੈਂਟ ਟਰਮ ਹੋਏਗੀ। ਹੁਣ ਸੈਕਿੰਡ ਕੇਸ, ਜਦੋਂ ਇਹ ਫੰਕਸ਼ਨ ਕੀ ਹੋਊਗਾ, ਇੱਕ ਲੀਨੀਅਰ ਇਕੁਏਸ਼ਨ ਹੋਏਗੀ, ਉਦੋਂ ਅਸੀਂ ਸੋਲਿਊਸ਼ਨ ਕਿੱਦਾਂ ਫਾਈਂਡ ਕਰਨਾ। ਦੇਖੋ ਕਹਿੰਦੇ ਜੇਕਰ ਫੰਕਸ਼ਨ ਸਾਡੇ ਕੋਲ ਕੋਈ ਲੀਨੀਅਰ ਆ, ਮਤਲਬ ਜੋ ਇਕੁਅਲ ਤੋਂ ਬਾਅਦ ਫੰਕਸ਼ਨ ਆ ਉਹ ਲੀਨੀਅਰ ਫੰਕਸ਼ਨ ਆ। ਲੀਨੀਅਰ ਕੀ ਹੁੰਦਾ, ਉਹ ਵਾਲਾ ਫੰਕਸ਼ਨ ਜਿਹਦੇ ਵਿੱਚ ਜੋ ਵੀ ਵੇਰੀਏਬਲ ਪਿਆ ਉਹਦੀ ਪਾਵਰ ਕਿੰਨੀ ਆ, 1 ਆ, ਹਾਈਐਸਟ ਪਾਵਰ ਕਿੰਨੀ ਆ, 1, ਉਸ ਫਾਰਮ 'ਚ ਪਿਆ ਤਾਂ ਉਦੋਂ ਸੋਲਿਊਸ਼ਨ ਕੀ ਆ, ਕਹਿੰਦੇ ਐਸ ਕੇ ਨੂੰ ਵੀ ਪੁੱਟ ਕਰ ਦਿਓ C+2C2K, ਮਤਲਬ ਜਿਹੜਾ ਵੀ ਸਾਨੂੰ ਵੇਰੀਏਬਲ ਫਾਰਮ ਆ ਉਹਦੇ ਨੂੰ ਵੀ ਅਸੀਂ ਇੱਕ ਲੀਨੀਅਰ ਫੰਕਸ਼ਨ ਪੁੱਟ ਕਰਨਾ। ਕਿਵੇਂ ਜੀ, ਇੱਕ ਐਗਜ਼ਾਮਪਲ ਲੈਂਦੇ ਹਾਂ। ਅਸੀਂ ਲਿਆ AR - 1 इज़ इक्वल टू 2K - 1, इस फॉर्म च पिया बच्चे। चाहे लै लो कि उरे R - 1 पिया, 2R - 1 पिया। देखो 2R - 1 एक लीनियर इक्वेशन आ, R ये वेरीएबल हो गया, उसकी पावर कितनी होगी 1। कहते जो हुण इस टर्म का सल्यूशन कढ़ना होगा तो की करना पऊगा, सानू AR नू पुट करना पऊगा सम लीनियर फंक्शन C1 + C2 इंटू R। जिस वेरीएबल दे विच बच्चे उरे इक्वेशन आ उही वेरीएबल इत्थे साडे कोल लगेगा। जे उरे R आ तो उरे R, जे उरे K हुंदा तो इत्थे वेरीएबल भी की हो जांदा, K हो जांदा। हुण AR नू पुट कीता C1 + C2R, तो इक्वेशन साडे कोल की बन जाएगी C1 + C2R माइनस C1 + C2R - 1 इज़ इक्वल टू 2R - 1। ਹੁਣ ਇਸ ਤੋਂ ਬਾਅਦ ਕੀ ਕਰਨਾ ਬੱਚੇ, ਇਹਨੂੰ ਸੋਲਵ ਕਰਕੇ ਸਾਨੂੰ ਕੌਂਸਟੈਂਟ C1 ਤੇ C2 ਦੀ ਵੈਲਿਊ ਚਾਹੀਦੀ ਹੈ। ਜਦੋਂ ਇਹ C1 ਤੇ C2 ਦੀ ਵੈਲਿਊ ਆ ਜੂਗੀ, ਉਹੀ ਸਾਡਾ ਕੀ ਹੋਊਗਾ, ਪਾਰਟੀਕੂਲਰ ਸੋਲਿਊਸ਼ਨ ਹੋ ਜਾਊਗਾ। ਕਰਾਂਗੇ ਕਿਵੇਂ, ਜਿਵੇਂ ਹੁਣ ਇਹਦੇ ਵਿੱਚ ਉੱਤੇ ਸੋਲਵ ਕਰਨ ਦੇ ਲਈ R ਦੇ ਕੋਫੀਸ਼ੀਐਂਟ ਨੂੰ ਕੰਪੇਅਰ ਕਰ ਲਾਂਗੇ, ਕੌਂਸਟੈਂਟ ਟਰਮ ਨੂੰ ਕੌਂਸਟੈਂਟ ਟਰਮ ਨਾਲ ਕੰਪੇਅਰ ਕਰ ਲਾਂਗੇ, ਤਾਂ ਸਾਨੂੰ ਜਿਹੜੀਆਂ ਵੈਲਿਊਜ਼ ਮਿਲ ਜਾਣਗੀਆਂ ਉਹ ਹੋ ਜਾਣਗੀਆਂ ਸਾਡੀਆਂ ਕੌਂਸਟੈਂਟ ਦੀਆਂ ਵੈਲਿਊਜ਼। ਜਦੋਂ ਕੌਂਸਟੈਂਟ ਨੂੰ ਅਸੀਂ ਸੋਲਿਊਸ਼ਨ 'ਚ ਪੁੱਟ ਕਰਾਂਗੇ, ਉਹ ਹੋ ਜਾਊਗਾ ਸਾਡਾ ਪਾਰਟੀਕੂਲਰ ਸੋਲਿਊਸ਼ਨ। ਜਦੋਂ ਵੀ ਲੀਨੀਅਰ ਫੰਕਸ਼ਨ ਆ ਤਾਂ ਅਸੀਂ ਸੋਲਿਊਸ਼ਨ ਦੇ ਲਈ ਵੀ ਕੀ ਫਾਰਮ ਪੁੱਟ ਕਰਾਂਗੇ, ਇੱਕ ਲੀਨੀਅਰ ਇਕੁਏਸ਼ਨ ਪੁੱਟ ਕਰਾਂਗੇ। ਅੱਗੇ ਜੀ ਥਰਡ ਕੇਸ ਆ, ਜਦੋਂ ਸਾਡੇ ਕੋਲ ਫੰਕਸ਼ਨ ਕੀ ਹੋਏਗਾ, ਇੱਕ ਨੋਨ ਲੀਨੀਅਰ ਫੰਕਸ਼ਨ ਹੋਏਗਾ। ਨੋਨ ਲੀਨੀਅਰ ਦਾ ਮਤਲਬ ਉਹ ਫੰਕਸ਼ਨ ਜਿਹਦੀ ਪਾਵਰ 1 ਤੋਂ ਗ੍ਰੇਟਰ ਹੋਏਗੀ, 2 3 4 ਕਿਊਬਿਕ ਇਕੁਏਸ਼ਨ, ਕੁਆਡਰੈਟਿਕ ਇਕੁਏਸ਼ਨ, ਬਾਈ ਕੁਆਡਰੈਟਿਕ ਇਕੁਏਸ਼ਨ, ਇਹ ਸਾਰੀਆਂ ਹੋਣ ਇਹੋ ਜਿਹੀ ਫਾਰਮ 'ਚ ਹੋਣ, ਉੱਥੇ ਸੋਲਿਊਸ਼ਨ ਕੀ ਕਰਨਾ, ਕਹਿੰਦੇ ਬੱਚੇ ਜਿਸ ਆਰਡਰ ਦਾ ਸਾਡੇ ਕੋਲ ਫੰਕਸ਼ਨ ਹੋਏਗਾ ਉਸੇ ਆਰਡਰ ਦਾ ਅਸੀਂ ਸੋਲਿਊਸ਼ਨ ਜਾਂ SK ਦੀ ਵੈਲਿਊ ਸਬਸਟੀਟਿਊਟ ਕਰਾਂਗੇ। ਜਿਵੇਂ AR - AR - 2 ਕਿਹਦੇ ਇਕੁਅਲ ਆ, R² ਦੇ +1 ਦੇ ਇਕੁਅਲ ਆ। ਦੇਖੋ ਕੁਆਡਰੈਟਿਕ ਇਕੁਏਸ਼ਨ ਹੋ ਗਈ, ਤਾਂ ਇਹਨੂੰ ਸੋਲਵ ਕਰਨ ਦੇ ਲਈ ਅਸੀਂ AR ਨੂੰ ਕੀ ਸਬਸਟੀਟਿਊਟ ਕਰਾਂਗੇ, C1 + C2R + C3R ਦਾ ਸਕੁਅਰ। ਹੁਣ ਇੱਥੇ ਕਿਊਬ ਸਿਰਫ ਔਰ ਸਿਰਫ ਕੁਆਡਰੈਟਿਕ ਫਾਰਮ 'ਚ ਅਸੀਂ R ਦੀ ਪਾਵਰ 2 ਸੀ, ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਸੋਲਿਊਸ਼ਨ 'ਚੋਂ ਵੀ ਆਹ ਟਰਮ ਸਕਿਪ ਕਰ ਦਾਂਗੇ, ਨਹੀਂ। ਸੋਲਿਊਸ਼ਨ ਦੇ ਵਿੱਚ ਇੱਕ ਅਸੀਂ ਪ੍ਰੋਪਰ ਕੁਆਡਰੈਟਿਕ ਇਕੁਏਸ਼ਨ ਲਿਖਾਂਗੇ, ਪਹਿਲਾਂ R² ਦਾ ਕੋਫੀਸ਼ੀਐਂਟ, ਫਿਰ R ਵਾਲੀ ਟਰਮ, ਫਿਰ ਕੌਂਸਟੈਂਟ ਟਰਮ, ਉਸ ਤੋਂ ਬਾਅਦ ਇਹਨੂੰ ਅਸੀਂ ਅੱਗੇ ਸੋਲਵ ਕਰਾਂਗੇ, ਫਿਰ ਇਹਦੇ ਵਿੱਚੋਂ C1 C2 ਤੇ C3 ਦੀ ਵੈਲਿਊ ਫਾਈਂਡ ਕਰਨੀ ਆ। ਅੱਗੇ ਕੇਸ ਫੋਰਥ, ਜਦੋਂ ਸਾਡੇ ਕੋਲ ਜਿਹੜਾ ਇਕੁਅਲ ਫੰਕਸ਼ਨ ਆ ਉਹ ਇੱਕ ਐਕਸਪੋਨੈਂਟ ਫੰਕਸ਼ਨ ਹੋਵੇ। ਐਕਸਪੋਨੈਂਟ ਫੰਕਸ਼ਨ ਦੇਖੋ ਇਕੱਲਾ ਇਹ ਨਹੀਂ ਹੈਗਾ ਕਿ e ਦੀ ਪਾਵਰ 2 ਪਈ ਹੋਵੇ, e ਦੀ ਪਾਵਰ 3, ਇਹ ਫਾਰਮ 'ਚ ਹੋ ਸਕਦਾ ਕੋਈ ਕੌਂਸਟੈਂਟ ਉਹਦੀ ਪਾਵਰ n ਫਾਰਮ 'ਚ, ਮਤਲਬ 2 ਦੀ ਪਾਵਰ n ਜਾਂ 2 ਦੀ ਪਾਵਰ r, 2 ਦੀ ਪਾਵਰ k, 3 ਦੀ ਪਾਵਰ n, 3 ਦੀ ਪਾਵਰ k, ਇਸ ਫਾਰਮ ਦੇ ਵਿੱਚ ਫੰਕਸ਼ਨ ਪਿਆ ਹੋਵੇ, ਉਦੋਂ ਸੋਲਿਊਸ਼ਨ ਦੇ ਲਈ ਕੀ ਸਬਸਟੀਟਿਊਸ਼ਨ ਕਰਨੀ ਆ ਅਸੀਂ, ਉਸ ਟਾਈਮ ਅਸੀਂ SN ਨੂੰ ਮੰਨ ਲਓ ਬੱਚੇ ਦਿੱਤਾ ਹੋਇਆ AR - AR - 1 ਇਜ਼ ਇਕੁਅਲ ਟੂ 2 ਦੀ ਪਾਵਰ R, ਤੇ ਇਹਨੂੰ ਸੋਲਵ ਕਰਨਾ। ਤੇ ਇਸ ਇਕੁਏਸ਼ਨ ਨੂੰ ਅਸੀਂ ਸੋਲਵ ਕਰਨ ਦੇ ਲਈ AR ਨੂੰ ਸਬਸਟੀਟਿਊਟ ਕਰਾਂਗੇ ਸਮ ਕੌਂਸਟੈਂਟ ਇੰਟੂ 2 ਦੀ ਪਾਵਰ R। ਇੱਥੇ ਕੀ ਇਕੁਏਸ਼ਨ ਬਣ ਜਾਏਗੀ ਫਿਰ, P 2 ਦੀ ਪਾਵਰ R, ਇੱਥੇ ਬਣ ਜਾਏਗਾ ਮਾਈਨਸ P 2 ਦੀ ਪਾਵਰ R - 1 ਇਜ਼ ਇਕੁਅਲ ਟੂ 2 ਦੀ ਪਾਵਰ R। ਬੱਚੇ ਸੋਲਵ ਕਰਾਂਗੇ, P 2 ਦੀ ਪਾਵਰ R
माइनस पी टू दी पावर आर इंटू टू दी पावर -1 इज इक्वल टू टू दी पावर आर। देखो पी टू दी पावर आर तो कॉमन निकल रहा, टू दी पावर आर उधर खत्म हो जाएगी, कैंसल हो जाएगी, तो ये बचेगा 1 माइनस 1/2 इंटू पी इज इक्वल टू 1। तो इनू सॉल्व करके सानू बचे पी की वैल्यू मिल जाएगी, जो सानू पी की वैल्यू मिलेगी उही इत्थे पुट कर देंगे। जिमें पी की वैल्यू सानू मिल रही है 1 2, हाँ जी 2, सो पी की वैल्यू होगी 2, तो साडा पर्टिकुलर सोल्यूशन की हो जाएगा 2 इंटू टू दी पावर आर। सो इन्हें लिख सकते हैं बे सेम पावर्स है 2 दी पावर आर प्लस 1। ये हो जाएगा साडा पर्टिकुलर सोल्यूशन कदों, जो फंक्शन की हो जाएगा एक्सपोनेंट। पर जे इत्थे बाय चांस सानू पी की वैल्यू नहीं मिलती बच्चे, फस्ट स्टैप च पी की वैल्यू नहीं मिलती, तो उन्होंने बोलांगे असी केस ऑफ फेलियर। फिर अगले स्टैप के लिए असी की पुट करांगे पी टू दी पावर आर दे नाल असी की लगा देंगे आर। फिर ये भी केस ऑफ फेलियर होवे तो इत्थे आर दी स्क्वायर, असी आर की पावर नूं की करी जावांगे, इनक्रीज़ करी जावांगे जिमें जिमें साडे कोल की आ जाणगे केस ऑफ फेलियर आ जाणगे। थैंक यू फॉर वॉचिंग।